ਹਾਜ਼ਰੀਆਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੀਏ ਬੁਲੰਦ ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਪੰਜਵਾ। ਸੰਤ ਜਨੋ ਸੁਣ ਭਾਈ ਹੋ ਛੂਟਣ ਸਾਚੈ ਨਾਏ। ਗੁਰ ਕੇ ਚਰਨ ਸਰੇਵਨੇ ਤੀਰਥ ਹਰ ਕਾ ਨਾਉ। ਆਗੇ ਦਰਗਹ ਮੰਨੀਐ ਮਿਲੈ ਨਿਥਾਵੈ ਥਾਉ। ਭਾਈ ਰੇ ਸਾਚੀ ਸਤਿਗੁਰ ਸੇਵ ਸਤਿਗੁਰ ਤੁਠੈ ਪਾਈਐ ਪੂਰਨ ਅਲਖ ਅਭੇਵ। ਵਾਹਿਗੁਰੂ ਇਹ ਪਵਿੱਤਰ ਬਚਨ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਛਤਰ ਚਬਰ ਤਖਤ ਦੇ ਮਾਲਕ ਹਲਤ ਪਲਟ ਕੇ ਰੱਖਿਅਕ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਹਨ। ਇਹਨਾਂ ਪਵਿੱਤਰ ਸ਼ਬਦਾਂ ਰਾਹੀਂ ਸਤਿਗੁਰੂ ਪਾਤਸ਼ਾਹ ਜੀ ਹਰੀ ਕੇ ਨਾਮ ਦੀ ਸਿਫਤ ਕਰਦੇ ਹਨ, ਮਹਿਮਾ ਦੱਸਦੇ ਹਨ। ਸਾਰੇ ਸੰਸਾਰ ਦਾ ਪ੍ਰਸ਼ਨ ਹੈ, ਸਵਾਲ ਹੈ ਕਿ ਇਹ ਦੁਨੀਆ ਦੇ ਬੰਧਨਾਂ ਵਿੱਚੋਂ ਕਿਵੇਂ ਛੁੱਟਿਆ ਜਾਵੇ, ਕਿਵੇਂ ਬੰਦਾ ਜਿਹੜਾ ਹੈ ਸੰਸਾਰ ਸਮੁੰਦਰ ਚੋਂ ਨਿਕਲ ਸਕਦਾ ਹੈ, ਕਿਵੇਂ ਇਸ ਦਾ ਉਧਾਰ ਹੋ ਸਕਦਾ ਹੈ। ਤਾਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ, ਬਾਬਾ ਬੁੱਢਾ ਜੀ ਵਰਗੇ, ਭਾਈ ਸਾਲੋ ਵਰਗੇ ਅਨੇਕਾਂ ਸਿੱਖਾਂ ਨੂੰ ਸੰਬੋਧਨ ਕਰਦੇ ਹੋਏ ਬਖਸ਼ਿਸ਼ ਕਰਦੇ ਹਨ। ਸੰਤ ਜਨੋ ਸੁਣ ਭਾਈ ਹੋ। ਸਤਿਗੁਰ ਪਾਤਸ਼ਾਹ ਜੀ ਭਾਈ ਸ਼ਬਦ ਦੀ ਬਹੁਤ ਵਰਤੋਂ ਕਰਦੇ ਆ ਕਿਤੇ ਕਿਤੇ। ਜਿਵੇਂ ਭਾਈ ਭਗਤੂ ਨੂੰ ਭਾਈ ਸਾਹਿਬ ਕਹਿਣਾ, ਮਤਲਬ ਕਿ ਰਾਮਦਾਸ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਬਾਬਾ ਆਦਮ ਦੇ ਘਰ ਕੋਈ ਬੱਚਾ ਨਹੀਂ ਸੀ, ਇਹਨਾਂ ਨੇ ਜਾ ਕੇ ਸੇਵਾ ਕੀਤੀ ਤਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਪੁੱਛਿਆ ਸਿੱਖੋ ਕੀ ਚਾਹੀਦਾ, ਤੇ ਇਹਨਾਂ ਨੇ ਬੇਨਤੀ ਕੀਤੀ ਜੀ ਸਾਡੇ ਬੱਚਾ ਨਹੀਂ ਹੈ, ਕੋਈ ਇੱਕ ਪੁੱਤਰ ਦੀ ਦਾਤ ਮਿਲ ਜਾਵੇ। ਤਾਂ ਸਤਿਗੁਰਾਂ ਨੇ ਕਿਹਾ ਕਿ ਤੁਹਾਡੇ ਭਾਗਾਂ ਵਿੱਚ ਲਿਖਿਆ ਤਾਂ ਨਹੀਂ, ਪਰ ਸਾਡੇ ਘਰ 4 ਪੁੱਤਰ ਪੈਦਾ ਹੋਣੇ ਸਨ। ਤਿੰਨਾਂ ਨੇ ਜਨਮ ਲੈ ਲਿਆ, ਇੱਕ ਰਹਿ ਗਿਆ, ਉਹ ਤੁਹਾਡੇ ਘਰ ਭੇਜ ਦਿੰਦੇ ਹਾਂ। ਉਹ ਭਾਈ ਬੜਾ ਭਗਤ ਹੋਵੇਗਾ, ਤੁਸੀਂ ਉਸ ਦਾ ਨਾਮ ਭਗਤੂ ਰੱਖਣਾ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਕਰਕੇ ਉਹਨਾਂ ਨੂੰ ਭਾਈ ਸਾਹਿਬ ਕਹਿੰਦੇ ਸਨ। ਦੂਸਰਾ ਇੱਥੇ ਜਿਵੇਂ ਸਤਿਗੁਰ ਨੇ ਸੰਬੋਧਨ ਕੀਤਾ, ਸੰਤ ਜਨੋ ਸੁਣ ਭਾਈ ਹੋ। ਇਹਦਾ ਮਤਲਬ ਹੈ ਕਿ ਅਸੀਂ ਅੰਸ਼ ਕਰਕੇ, ਪਰਮੇਸ਼ਰ ਦੀ ਅੰਸ਼ ਹੈ ਸਾਡੇ ਸਾਰਿਆਂ ਵਿੱਚ, ਅਸੀਂ ਸਾਰੇ ਭਾਈ ਭਾਈ ਹਾਂ। ਗੁਰੂ ਸਾਹਿਬ ਇਹ ਵੀ ਦੱਸਣਾ ਚਾਹੁੰਦੇ ਹਨ, ਸਿੱਖੋ ਆਪਾਂ ਸਾਰੇ ਇੱਕ ਪਰਮੇਸ਼ਰ ਦੀ ਅੰਸ਼ ਹਾਂ, ਇਸ ਕਰਕੇ ਆਪਾਂ ਸਾਰੇ ਭਾਈ ਹਾਂ। ਤੋ ਸਤਿਗੁਰੂ ਪਾਤਸ਼ਾਹ ਜੀ ਸੰਗਤ ਨੂੰ, ਸਿੱਖਾਂ ਨੂੰ ਭਾਈ ਕਹਿ ਕੇ ਸੰਬੋਧਨ ਕਰਕੇ ਬਖਸ਼ਿਸ਼ ਕਰਦੇ ਹਨ ਕਿ ਇਹ ਜੀਵ ਦਾ ਪਾਰ ਉਤਾਰਾ ਕੇਵਲ ਤੇ ਕੇਵਲ ਪਰਮੇਸ਼ਰ ਦੇ ਨਾਮ ਨਾਲ ਜੁੜਿਆ ਹੀ ਹੋਣਾ। ਸੰਤ ਜਨੋ ਸੁਣ ਭਾਈ ਹੋ ਛੋਟਣ ਸਾਚੈ ਨਾਏ।
ਗੁਰ ਕੇ ਚਰਨ ਸਰੇਵਨੇ ਤੀਰਥ ਹਰ ਕਾ ਨਾਉ। ਗੁਰੂ ਦੇ ਚਰਨ ਹੀ ਸਾਡੇ ਵਾਸਤੇ ਤੀਰਥ ਹਨ ਤੇ ਤੀਰਥਾਂ ਉੱਤੇ ਜਲ ਹੁੰਦਾ ਹੈ। ਗੁਰੂ ਦੇ ਕੋਲ ਪਰਮੇਸ਼ਰ ਦਾ ਨਾਮ ਹੈ। ਤੀਰਥ ਨਹਾਵਣ ਜਾਓ ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਿੱਖੋ ਅਸਲੀ ਤੀਰਥ ਤਾਂ ਰੱਬ ਦੇ ਪਿਆਰੇ ਹਨ। ਜਿਹੜੇ ਤੀਰਥਾਂ ਦੀ ਤੁਸੀਂ ਗੱਲ ਕਰਦੇ ਹੋ ਉਹ ਤੀਰਥ ਤਾਂ ਇਹਨਾਂ ਤੀਰਥਾਂ ਨੂੰ ਲੱਭਦੇ ਹੈ, ਉਡੀਕਦੇ ਹੈ ਕਿ ਕਦੋਂ ਪਰਮੇਸ਼ਰ ਦੇ ਪਿਆਰੇ ਸਾਡੇ ਉੱਪਰ ਚਰਨ ਪਾਉਣ, ਸਾਡੇ ਕੋਲ ਆਉਣ, ਸਾਡੇ ਵਿੱਚ ਇਸ਼ਨਾਨ ਕਰਨ, ਤਾਂ ਅਸੀਂ ਵੀ ਦੁਨੀਆ ਵਿੱਚ ਮਸ਼ਹੂਰ ਹੋ ਜਾਵਾਂਗੇ। ਜਿਵੇਂ ਪਾਤਸ਼ਾਹ ਦਾ ਬਚਨ ਹੈ, ਜਿੱਥੇ ਜਾਏ ਬਾਹੈ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ। ਰਾਮ ਰਾਜੀ ਉਹ ਸਥਾਨ ਵੀ ਸਲਾਹੁਣ ਯੋਗ ਹੋ ਜਾਂਦਾ ਹੈ ਜਿੱਥੇ ਰੱਬ ਦੇ ਪਿਆਰੇ ਜਾ ਕੇ ਆਸਣ ਲਾ ਲੈਣ। ਇਸੇ ਤਰ੍ਹਾਂ ਦੁਨੀਆ ਤਾਂ ਉਹਨਾਂ ਪਾਣੀ ਵਾਲੇ ਤੀਰਥਾਂ ਨੂੰ ਮੰਨਦੀ ਫਿਰਦੀ ਆ, ਪਰ ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਜਿਤਨੇ ਤੀਰਥ ਦੇਵੀ ਥਾਪੇ ਤਿਤਨੇ ਲੋਚੈ ਧੂੜ ਸਾਧੂ ਕੀ ਤਾਈ। ਜਿਹੜੇ ਪੁਰਾਣੇ ਸਮਿਆਂ ਵਿੱਚ ਕਹਿੰਦੇ ਹੈ ਕਿ ਆ ਫਲਾਨੀ ਦੇਵੀ ਦਾ ਤੀਰਥ ਹੈ, ਫਲਾਣੇ ਦੇਵਤੇ ਦਾ ਤੀਰਥ ਹੈ, ਇਹ ਸਾਰੇ ਤੀਰਥ ਤਾਂ ਪਰਮੇਸ਼ਰ ਦੇ ਪਿਆਰਿਆਂ ਨੂੰ ਲੋਚਦੇ ਹੈ, ਸੰਗਤ ਕਰਨਾ ਚਾਹੁੰਦੇ ਹੈ। ਜੇ ਸਾਡੇ ਉੱਪਰ ਆ ਕੇ ਆਸਣ ਲਾਉਣ ਤੇ ਦੁਨੀਆ ਵਿੱਚ ਅਸੀਂ ਵੀ ਨਾਲ ਮਸ਼ਹੂਰ ਹੋ ਜਾਵਾਂਗੇ, ਪ੍ਰਗਟ ਹੋ ਜਾਵਾਂਗੇ। ਮੈਲ ਭਰੇ ਪਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਧੂੜ ਗਵਾਈ। ਸਾਡੇ ਵਿੱਚ ਲੋਕਾਂ ਨੇ ਆਪਣੀ ਵਿਕਾਰਾਂ ਦੀ ਮੈਲ ਲਾ ਦਿੱਤੀ ਹੈ ਤੇ ਸਾਡੀ ਮੈਲ ਦਾ ਖਾਤਮਾ ਹੋਣਾ ਜਦੋਂ ਸਾਧੂਆਂ ਦੀ ਧੂੜੀ ਸਾਨੂੰ ਮਿਲੇਗੀ। ਕਿਉਂਕਿ ਚੰਗੀ ਸੰਗਤ ਕਰਾਂਗੇ ਤਾਂ ਚੰਗਾ ਜੀਵਨ ਹੋਵੇਗਾ। ਮਾੜੀ ਸੰਗਤ ਦੇ ਨਾਲ ਸਾਡੇ ਸੰਸਾਰ ਦੇ ਵਿੱਚ ਥਾਂ ਥਾਂ ਤੇ ਬੇਅਦਬੀ ਹੁੰਦੀ ਹੈ, ਬਦਨਾਮੀ ਹੁੰਦੀ ਹੈ। ਮਾੜੀ ਸੰਗਤ ਕਰਾਂਗੇ ਤਾਂ ਅੱਗੇ ਚੰਗੀ ਸੰਗਤ ਹੋ ਜਾਵੇ ਤੇ ਉਹ ਬਦਨਾਮੀ ਖਤਮ ਵੀ ਹੋ ਜਾਂਦੀ ਹੈ। ਇਸੇ ਤਰ੍ਹਾਂ ਹੀ ਇਹਨਾਂ ਤੀਰਥਾਂ ਉੱਤੇ ਵਿਸ਼ੀ ਵਿਕਾਰੀ ਲੋਕਾਂ ਨੇ, ਚੋਰਾਂ ਠੱਗਾਂ ਨੇ ਉਹਨਾਂ ਤੀਰਥਾਂ ਨੂੰ ਵੀ ਬਦਨਾਮ ਕਰ ਦਿੱਤਾ। ਹੁਣ ਜਿਤਨੇ ਤੀਰਥ ਦੇਵੀ ਥਾਪੇ ਉਹ ਚਾਹੁੰਦੇ ਹਨ ਕਿ ਕਿਤੇ ਸਾਡੇ ਉੱਤੇ ਪਰਮੇਸ਼ਰ ਦੇ ਪਿਆਰੇ ਆ ਜਾਣ। ਇਸੇ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਬਾਣੀ ਵਿੱਚ ਇਹ ਗੱਲ ਕਲੀਅਰ ਕਰ ਦਿੱਤੀ ਕਿ ਅਸਲ ਵਿੱਚ ਨਾਮ ਹੀ ਵੱਡਾ ਤੀਰਥ ਹੈ। ਸੰਤ ਜਨਹੁ ਸੁਣ ਭਾਈਓ ਛੂਟਣ ਸਾਚੈ ਨਾਏ। ਉਹ ਮੇਰੇ ਭਰਾਵੋ, ਮੇਰੇ ਮਿੱਤਰੋ, ਸੰਤੋ, ਜੇ ਕਿਸੇ ਨੇ ਮੁਕਤ ਹੋਣਾ ਹੈ ਕਿ ਉਹ ਪਰਮੇਸ਼ਰ ਦੇ ਨਾਮ ਨਾਲ ਜੁੜੇ। ਗੁਰ ਕੇ ਚਰਨ ਸਰੇਵਨੇ ਤੀਰਥ ਹਰ ਕਾ ਨਾਉ। ਗੁਰੂ ਦੇ ਚਰਨਾਂ ਨਾਲ ਜੁੜੇ, ਗੁਰੂ ਦੇ ਚਰਨਾਂ ਨੂੰ ਸੇਵੇ। ਜਿਵੇਂ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਨਾਲ ਲਹਿਣਾ ਜੀ ਨੇ ਜੁੜਨਾ ਕੀਤਾ ਔਰ ਗੁਰੂ ਨਾਨਕ ਦੇਵ ਜੀ ਉਹਨਾਂ ਤੇ ਤਰੁੱਠੇ ਤੇ ਉਹਨਾਂ ਨੂੰ ਗੁਰੂ ਪਿਆਰਿਓ ਆਪਣਾ ਹੀ ਰੂਪ ਬਣਾ ਦਿੱਤਾ। ਇਸੇ ਤਰ੍ਹਾਂ ਹੀ ਉਹਨਾਂ ਦੀ ਸ਼ਰਨ ਵਿੱਚ ਸਤਿਗੁਰੂ ਅਮਰਦਾਸ ਮਾਸ ਆਏ। ਇੱਕ ਬ੍ਰਹਮਚਾਰੀ ਸਤਿਗੁਰੂ ਅਮਰਦਾਸ ਜੀ ਨੂੰ ਨਿਗੁਰਾ ਕਹਿ ਕੇ ਚਲਿਆ ਗਿਆ ਸੀ। ਤੂੰ ਹਾਲੇ ਤੱਕ ਨਿਗੋਰਾ ਹੈ, ਗੁਰੂ ਵਾਲਾ ਨਹੀਂ ਬਣਿਆ। ਮੈਂ ਤਾਂ ਤੇਰੀ ਸੰਗਤ ਕਰਕੇ ਆਪਣਾ ਭਜਨ ਬੰਦਗੀ ਹੀ ਖਰਾਬ ਕਰ ਲਈ, ਮੈਂ ਤਾਂ ਨਹੀਂ ਖੜਦਾ ਹੁਣ ਤੇਰੇ ਕੋਲ। ਉਸੇ ਵੇਲੇ ਚਲਿਆ ਗਿਆ। ਇਸ ਗੱਲ ਦੀ ਬੜੀ ਚੋਟ ਲੱਗੀ ਸਤਿਗੁਰੂ ਅਮਰਦਾਸ ਮਹਾਰਾਜ ਜੀ ਦੇ ਦਿਲ ਉੱਪਰ। ਗੁਰੂ ਲੱਭਣਾ ਸ਼ੁਰੂ ਕੀਤਾ ਤਾਂ ਦਿਨ ਚੜ੍ਹਦੇ ਨੂੰ ਗੁਰੂ ਲੱਭ ਗਿਆ। ਦੂਜੇ ਦਿਨ ਉਹਨਾਂ ਨੂੰ ਸਤਿਗੁਰੂ ਅੰਗਦ ਦੇ ਮਹਾਰਾਜ ਜੀ ਦੀ ਦੱਸ ਪੈ ਗਈ, ਘਰੋਂ ਹੀ ਪਤਾ ਲੱਗ ਗਿਆ। ਕਿਉਂਕਿ ਇਹਨਾਂ ਦੀ ਇੱਕ ਭਤੀਜ ਨੂੰ
ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਸੀ ਬੀਬੀ ਅਮਰੋ। ਇਸ ਤਰ੍ਹਾਂ ਸਤਿਗੁਰੂ ਅਮਰਦਾਸ ਜੀ ਨੇ ਜਦੋਂ ਜਾ ਕੇ ਚਰਨ ਸੇਵੇ, ਜਦੋਂ ਗੁਰੂ ਅੰਗਦ ਦੇਵ ਜੀ ਦੀ ਚਰਨ ਸ਼ਰਨ ਵਿੱਚ ਗਏ ਤੇ ਇਹ ਵੀ ਪੂਜਣਯੋਗ ਹੋ ਗਏ, ਸਲਾਹੁਣਯੋਗ ਹੋ ਗਏ। ਇਹ ਨਾਮ ਦੀ ਮਹਿਮਾ ਹੈ। ਜਿਸ ਅਮਰਦਾਸ ਜੀ ਨੂੰ ਕਿਸੇ ਵੇਲੇ ਨਗੋਰਾ ਕਹਿ ਕੇ ਬ੍ਰਹਮਚਾਰੀ ਚਲਿਆ ਗਿਆ, ਉਹ ਅਮਰਦਾਸ ਜੀ ਦੇ ਅੱਜ ਅਸੀਂ ਪੈਰੀ ਪੈਂਦੇ ਹਾਂ। ਜੇ ਸੁਖਦੇਵ ਮੁਨੀ ਦੀ ਗੱਲ ਕਰੀਏ ਤਾਂ ਸੁਖਦੇਵ ਮੁਨੀ ਇੱਕ ਰਿਸ਼ੀ ਦਾ ਪੁੱਤਰ ਸੀ, ਪਰ ਖੁਦ ਗੁਰੂ ਵਾਲਾ ਨਹੀਂ ਸੀ ਬਣਿਆ। ਕਈ ਵਾਰੀ ਅਸੀਂ ਆਪਣੇ ਆਪ ਨੂੰ ਸਿੱਖ ਸਮਝਦੇ ਹਾਂ, ਪਰ ਸਿੱਖਿਆ ਤੇ ਚੱਲਦੇ ਨਹੀਂ। ਕੇਵਲ ਕੋਈ ਦਸਤਾਰ ਬੰਨ੍ਹ ਕੇ ਸਿੱਖ ਨਹੀਂ ਬਣ ਜਾਂਦਾ। ਸਿੱਖੀ ਸਿੱਖਿਆ ਗੁਰ ਵਿਚਾਰ। ਸਿੱਖੀ ਦਾ ਮਤਲਬ ਹੈ ਗੁਰੂ ਦੀ ਸਿੱਖਿਆ ਤੇ ਗੁਰੂ ਦੀ ਵਿਚਾਰ ਤੇ ਚੱਲਣਾ। ਸੋ ਸਿੱਖ ਸਖਾ ਬੰਧ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ, ਆਪਣੇ ਭਾਣੇ ਜੋ ਚੱਲੈ ਭਾਈ, ਵਿਛੜ ਚੋਟਾਂ ਖਾਵੈ। ਇਸ ਕਰਕੇ ਸਿੱਖ ਬਣਨਾ ਕੋਈ ਸੌਖਾ ਜਾਂ ਨਹੀਂ। ਬਾਬਾ ਬੁੱਢਾ ਜੀ ਕਹਿੰਦੇ ਹਨ ਬਾਰ-ਬਾਰ, ਮਹਾਰਾਜ ਮੈਂ ਤਾਂ ਤੁਹਾਡਾ ਸਿੱਖ ਹੀ ਬਣਿਆ ਰਵਾਂ ਤਾਂ ਬਹੁਤ ਹੈ। ਸਿੰਘ ਸਜਣਾ ਤਾਂ ਉਸ ਤੋਂ ਪਰਾਂ ਦੀ ਗੱਲ ਹੈ। ਸਿੱਖ ਬਣਨਾ ਪਹਿਲਾਂ ਬੜਾ ਜ਼ਰੂਰੀ ਆ। ਇਸ ਕਰਕੇ ਜੇ ਗੱਲ ਕਰੀਏ ਸੁਖਦੇਵ ਮੁਨੀ ਦੀ, ਰਿਸ਼ੀ ਦਾ ਪੁੱਤਰ ਹੈ ਪਰ ਗੁਰੂ ਵਾਲਾ ਨਹੀਂ ਬਣਿਆ। ਤੇ ਇਹ ਸੁਖਦੇਵ ਮੁਨੀ ਰੋਜ਼ਾਨਾ ਸਤਸੰਗ ਵਿੱਚ ਜਾ ਕੇ ਬੈਠਦਾ। ਇਹਨੂੰ ਬੜਾ ਮਾਣ ਹੈ ਕਿ ਮੈਂ ਵੱਡੇ ਰਿਸ਼ੀ ਦਾ ਪੁੱਤਰ ਹਾਂ, ਜਿਹਦਾ ਸਾਰੀ ਦੁਨੀਆ ਸਤਿਕਾਰ ਕਰਦੀ ਹੈ। ਪਰ ਸੱਚ ਤਾਂ ਸੱਚ ਹੈ, ਇਹ ਹਲੇ ਤੱਕ ਨਗੋਰਾ ਹੈ। ਇਹਦੇ ਜਨਮ ਦੀ ਕਥਾ ਵੀ ਬੜੀ ਲੰਬੀ ਚੌੜੀ ਹੈ। ਇਸ ਨੇ ਕਿਸੇ ਵੇਲੇ ਤੋਤੇ ਦੇ ਰੂਪ ਦੇ ਵਿੱਚ ਮਹਾਦੇਵ ਤੋਂ ਕਥਾ ਸੁਣੀ ਸੀ। ਅਮਰ ਕਥਾ ਕਹਿੰਦੇ ਆ, ਜਿਹਨੂੰ ਸੁਣ ਕੇ ਅਮਰ ਹੋ ਜਾਈਦਾ। ਪਰ ਉਹ ਅਮਰ ਕਥਾ ਵੀ ਇਹਨੂੰ ਸਤਿਕਾਰ ਨਹੀਂ ਦਿਵਾ ਸਕੀ ਜਿਹੜਾ ਮਿਲਣਾ ਚਾਹੀਦਾ ਸੀ। ਰਿਸ਼ੀ ਦਾ ਪੁੱਤਰ ਸੁਖਦੇਵ ਮੁਨੀ ਬਣ ਕੇ ਪੈਦਾ ਹੋਇਆ ਇਹ। ਤਾਂ ਗੁਰੂ ਪਿਆਰੋ ਜੀ ਸੰਗਤ ਵਿੱਚ ਜਾ ਕੇ ਬਹਿੰਦਾ, ਲੋਕ ਉੱਥੋਂ ਮਿੱਟੀ ਪੱਟ ਕੇ ਬਾਹਰ ਸਿੱਟੇ ਆਉਂਦੇ ਆ। 2-2.5 ਫੁੱਟ ਡੂੰਘੀ, ਚੌੜੀ, ਲੰਮੀ, ਤੇ ਉੱਥੇ ਨਵੀਂ ਮਿੱਟੀ ਪਾਉਂਦੇ ਆ। ਤੇ ਇੱਕ ਦਿਨ ਕਹਿੰਦੇ ਨਾਰਦ ਮੁਨੀ ਨੇ ਇਹਨੂੰ ਦੱਸਿਆ ਵੀ ਤੇਰੀ ਬੇਇੱਜ਼ਤੀ ਬੜੀ ਹੁੰਦੀ ਆ। ਕਹਿੰਦਾ ਕਿਵੇਂ? ਕਹਿੰਦਾ ਜਿੱਥੇ ਤੂੰ ਧਰਤੀ ਤੇ ਜਾ ਕੇ ਬਹਿਣਾ ਨਾ ਸਤਸੰਗ 'ਚ, ਉੱਥੋਂ ਮਿੱਟੀ ਪੱਟ ਕੇ ਬਾਹਰ ਸਿੱਟੇ ਆਉਂਦੇ ਆ, ਉੱਥੇ ਨਵੀਂ ਪਾਉਂਦੇ ਆ ਲਿਆ ਕੇ। ਕਹਿੰਦੇ ਕਿਉਂ ਆਏ ਕਿਉਂ ਕਰਦੇ ਆ? ਕਹਿੰਦੇ ਉਹਨਾਂ ਦਾ ਖਿਆਲ ਹੈ ਵੀ ਤੇਰੇ ਬੈਠਣ ਨਾਲ ਧਰਤੀ ਖਰਾਬ ਹੋ ਜਾਂਦੀ ਆ, ਉੱਥੇ ਨਵੀਂ ਮਿੱਟੀ ਲਿਆ ਕੇ ਪਾਉਂਦੇ ਆ। ਉਹ ਕਹਿੰਦੇ ਐਂ ਕਿਉਂ ਕਰਦੇ ਆ? ਕਹਿੰਦੇ ਤੂੰ ਨਗੋਰਾ ਹੈ ਇਸ ਕਰਕੇ। ਆਪਣੇ ਬਾਪੂ ਨੂੰ ਫਿਰ ਕਹਿੰਦਾ ਜੀ ਮੈਨੂੰ ਗੁਰਮੰਤਰ ਦਿਓ। ਤੇ ਉਹਦਾ ਰਿਸ਼ੀ ਪਿਓ ਕਹਿਣ ਲੱਗਿਆ ਇਸ ਵੇਲੇ ਦਾ ਗੁਰੂ ਜਿਹੜਾ ਹੈ ਅਸਲੀ ਉਹ ਰਾਜਾ ਜਨਕ ਹੈ, ਤੈਨੂੰ ਉਹ ਤੋਂ ਗੁਰਮੰਤਰ ਲੈਣਾ ਪੈਣਾ। ਜਿਵੇਂ ਕਿੱਡੇ ਵੀ ਜਥੇਦਾਰ ਦਾ ਪੁੱਤਰ ਕਿਉਂ ਨਾ ਹੋਵੇ, ਸਿੱਖ ਦਾ ਪੁੱਤਰ ਕਿਉਂ ਨਾ ਹੋਵੇ, ਉਸ ਨੂੰ 5 ਪਿਆਰਿਆਂ ਦੇ ਹਜ਼ੂਰੀ ਜਾਣਾ ਪੈਣਾ। ਅੱਜ ਉੱਥੋਂ ਹੀ ਗੁਰਮੰਤਰ ਮਿਲਣਾ ਗੁਰੂ ਵਾਲੇ ਬਣਨ ਲਈ। ਤਾਂ ਗੁਰੂ ਪਿਆਰਿਓ, ਸੁਖਦੇਵ ਮੁਨੀ ਰਾਜੇ ਜਨਕ ਦੇ ਕੋਲ ਗਿਆ। ਰਾਜੇ ਜਨਕ ਨੇ 2-3 ਵਾਰੀ ਪ੍ਰੀਖਿਆ ਪਾਤੀ। ਜਦ ਗਿਆ ਤੇ ਕੀ ਵੇਖਦਾ, ਰਾਜਾ ਜਨਕ ਆਪਣੀਆਂ ਰਾਣੀਆਂ ਵਿੱਚ ਬੈਠਾ ਹੈ ਔਰ ਇਹ ਦੇਖ ਕੇ ਮੁੜੇ ਆਇਆ ਤੇ ਕਹਿੰਦਾ ਬਾਪੂ ਮੈਂ ਨਹੀਂ ਉਹ ਤੋਂ ਮੰਤਰ ਲੈਂਦਾ। ਕਿਉਂ? ਉਹ ਤਾਂ ਇਸਤਰੀਆਂ ਵਿੱਚ ਬੈਠਾ ਸੀ, ਕਿਉਂਕਿ ਰਾਜਾ ਜਨਕ ਗ੍ਰਸਤੀ ਵੀ ਸੀਗਾ।
ਕਹਿੰਦਾ ਮੈਂ ਨਹੀਂ ਉਹ ਤੋਂ ਲੈਂਦਾ, ਮੈਂ ਤਾਂ ਵੈਸ਼ਨੂੰ ਗੁਰੂ ਚਾਹੀਦਾ ਮੈਨੂੰ। ਉਹ ਕਹਿੰਦਾ ਵੀ ਤੈਨੂੰ ਗੁਰਮੰਤਰ ਉੱਥੋਂ ਹੀ ਮਿਲਣਾ, ਹੋਰ ਕਿਤੇ ਗੁਰਮੰਤਰ ਨਹੀਂ ਮਿਲਣਾ ਤੈਨੂੰ, ਤੂੰ ਉੱਥੇ ਬਾਹਰ 'ਚ ਬਹਿ ਜੀ, ਉਹਦੇ ਕੋਲ ਜਾ, ਤੈਨੂੰ ਉੱਥੋਂ ਹੀ ਮਿਲਣਾ। ਚਲਿਆ ਗਿਆ। ਇਹ ਫਿਰ ਬਾਹਰ ਦੇ ਵਿੱਚ ਆਪਣੀ ਲੰਗੋਟੀ ਤੇ ਸੋਟੀ ਤੇ ਚਿੱਪੀ ਧਰ ਕੇ ਅੰਦਰ ਚਲਿਆ ਗਿਆ। ਜਦ ਅੰਦਰ ਗਿਆ ਤੇ ਰਾਜੇ ਜਨਕ ਦੇ ਕੋਲ ਇੱਕ ਸਿਪਾਹੀ ਆਇਆ, ਕਹਿੰਦਾ ਆਪਣੇ ਸ਼ਹਿਰ ਨੂੰ ਅੱਗ ਲੱਗ ਗਈ। ਰਾਜਾ ਜਨਕ ਕਹਿੰਦਾ ਕੋਈ ਗੱਲ ਨਹੀਂ, ਫਿਰ ਕੀ ਹੋ ਗਿਆ। ਅੱਧੇ ਘੰਟੇ ਬਾਅਦ ਹੋਰ ਆਇਆ, ਉਹ ਕਹਿੰਦਾ ਰਾਜਾ ਸਾਹਿਬ ਕੋਈ ਇੰਤਜ਼ਾਮ ਕਰੋ, ਅੱਗ ਤਾਂ ਸ਼ਹਿਰ ਦੇ ਵਿੱਚ ਵੜਦੀ ਜਾਂਦੀ ਆ। ਰਾਜੇ ਨੇ ਜਾਣਬੁੱਝ ਕੇ ਫੇਰ ਨਾ ਗੌਰ ਕੀਤੀ। ਤੀਜਾ ਬੰਦਾ ਆਇਆ, ਉਹ ਕਹਿੰਦਾ ਮਹਾਰਾਜ ਅੱਗ ਤਾਂ ਆਪਣੇ ਗੇਟਾਂ ਤੇ ਪਹੁੰਚ ਗਈ। ਤੇ ਅੰਦਰ ਬੈਠਾ ਸੀ ਕੋਲੇ ਸੁਖਦੇਵ ਮੁਨੀ, ਤੇ ਉੱਠ ਕੇ ਬਾਹਰ ਨੂੰ ਭੱਜ ਲਿਆ। ਰਾਜਾ ਜਨਕ ਕਹਿੰਦਾ ਤੂੰ ਕਿੱਥੇ ਚੱਲਿਆ? ਕਹਿੰਦਾ ਬਾਹਰ ਮੇਰੀ ਲੰਗੋਟੀ ਤੇ ਸੋਟੀ ਪਈ ਆ, ਚਿੱਪੀ ਪਈ ਆ, ਉਹ ਮੱਚ ਜੂਗੀ। ਕਹਿਣ ਲੱਗੇ ਜਾ ਵਗ ਜਾ ਇੱਥੋਂ, ਤੂੰ ਹਜੇ ਮੰਤਰ ਲੈਣ ਦੇ ਲਾਇਕ ਨਹੀਂ ਰਿਹਾ, ਤੂੰ ਤਾਂ ਹਜੇ ਲੰਗੋਟੀ 'ਚ ਹੀ ਫਸਿਆ ਹੋਇਆ, ਸੋਟੀ 'ਚ ਹੀ ਫਸਿਆ ਹੋਇਆ, ਜਾ ਵਗ ਜਾ। ਨਿੰਮੋ ਝੂਨਾ ਹੋ ਕੇ ਘਰੇ ਮੁੜ ਆਇਆ। ਕਹਿੰਦੇ ਬਾਪੂ ਕੋਈ ਅੱਗ ਤਾਂ ਲੱਗੀ ਨਹੀਂ ਸੀ, ਉਹਨਾਂ ਨੇ ਮੈਨੂੰ ਐ ਚੱਕਰ 'ਚ ਪਾਤਾ। ਉਹ ਕਹਿੰਦੇ ਤੇਰੀ ਪ੍ਰੀਖਿਆ ਸੀ। ਇਹ ਵੀ ਮਹਾਂਪੁਰਸ਼ਾਂ ਦੇ ਸਮਝਾਉਣ ਦੇ ਢੰਗ ਹੁੰਦੇ ਐ ਕਿ ਸੰਸਾਰ ਦਾ ਆਸਰਾ ਛੱਡ ਕੇ ਕਾਮ ਵਾਸ਼ਨਾਵਾਂ ਵਿਸ਼ੇ ਵਿਕਾਰਾਂ ਤੋਂ ਉੱਚੇ ਉੱਠ ਕੇ ਪਰਮੇਸ਼ਰ ਨਾਲ ਜੁੜਨਾ ਕਰੋ। ਜਾ ਤੂੰ ਵਾਪਸ ਜਾ। ਉੱਥੇ ਫਿਰ ਗਿਆ। ਤੀਜੀ ਵਾਰ ਉਹਦਾ ਪਿਤਾ ਕਹਿੰਦਾ ਤੂੰ ਪੁੱਤਰ ਬਾਹਰ ਬੈਠ ਜੀ, ਜਿੰਨਾ ਚਿਰ ਰਾਜਾ ਸੱਦੇ ਨਾ ਉਹਨਾਂ ਚਿਰ ਅੰਦਰ ਨਹੀਂ ਜਾਣਾ। ਕਹਿਣ ਲੱਗਿਆ ਠੀਕ ਆ। ਫਿਰ ਕਾਫੀ ਸਮਾਂ ਬੈਠਾ ਰਿਹਾ। ਜਿੱਥੇ ਬੈਠਾ ਸੀ ਉੱਥੇ ਬੈਠਿਆਂ ਬੈਠਿਆਂ ਹੀ ਨੀਂਦ ਆ ਗਈ, ਨੇਤਰ ਬੰਦ ਹੋ ਗਏ ਜਾਂ ਸਮਾਧੀ ਲੱਗ ਗਈ। ਜਿੱਥੇ ਬੈਠਾ ਸੀ ਉੱਥੇ ਰੋਟੀ ਖਾ ਕੇ ਲੰਗਰ ਦੀਆਂ ਪੱਤਲਾਂ ਥੱਲੇ ਸਿੱਟਦੇ ਸੀ, ਪੱਤੇ ਜੇ, ਉਹਨਾਂ ਦਾ ਢੇਰ ਲੱਗ ਗਿਆ। 12 ਸਾਲ ਉੱਥੇ ਬੈਠਾ ਰਿਹਾ। 12 ਸਾਲਾਂ ਬਾਅਦ ਉਹ ਕਹਿੰਦੇ ਪੱਤੇ ਜੇ ਉੱਤੋਂ ਚੱਕੇ ਇਹਦਿਓ ਤੇ ਥੱਲਿਓ ਕਹਿੰਦੇ ਜੀ ਬੰਦਾ ਬੈਠਾ ਕੋਈ। ਕਹਿੰਦੇ ਕੋਈ ਗੱਲ ਨਹੀਂ, ਕੱਢੋ ਇਸ ਨੂੰ ਬਾਹਰ ਲਿਆਓ। ਮਾਲਸ਼ਾਂ ਕੀਤੀਆਂ, ਹੋਸ਼ ਵਿੱਚ ਲਿਆਂਦਾ। ਫਿਰ ਰਾਜੇ ਜਨਕ ਨੇ ਇਹਨੂੰ ਗਿਆਨ ਦਿੱਤਾ ਸੀਗਾ, ਨਾਮ ਦੀ ਦਾਤ ਬਖਸ਼ੀ ਸੀ, ਗੁਰਮੰਤਰ ਬਖਸ਼ਿਆ ਸੀਗਾ। ਫਿਰ ਰਾਜੇ ਜਨਕ ਨੇ ਕੇਵਲ ਤੇ ਕੇਵਲ ਉਸ ਨੂੰ ਨਾਮ ਹੀ ਨਹੀਂ ਦਿੱਤਾ, ਉਹਨੂੰ ਆਪਣਾ ਤਖਤ ਵੀ ਦੇ ਦਿੱਤਾ, ਆਪਣਾ ਰੂਪ ਬਣਾ ਲਿਆ, ਆਪਣੇ ਵਿੱਚ ਮਿਲਾ ਲਿਆ, ਆਪਣੀ ਗੱਦੀ ਦੇ ਦਿੱਤੀ, ਰਾਜ ਦੇ ਦਿੱਤਾ। ਫਿਰ ਲਿਖਦੇ ਹਨ ਭਾਈ ਸਾਹਿਬ ਜੀ, ਜਨਕ ਜਨਕ ਬੈਠੇ ਸਿੰਘਾਸਨ, 9 ਮੁਨੀ ਧੂੜ ਲੈ ਲਾਵੇ ਗੋ। ਜਿੱਥੇ ਉਹਦੇ ਪੈਰਾਂ ਦੀ ਮਿੱਟੀ ਪੱਟ ਕੇ ਬਾਹਰ ਸਿੱਟ ਕੇ ਆਉਂਦੇ ਸੀ, ਹੁਣ ਦੂਜੇ ਰਿਸ਼ੀ ਉਹਦੇ ਚਰਨਾਂ ਦੀ ਧੂੜੀ ਦਾ ਮੱਥੇ ਤੇ ਟਿੱਕਾ ਲਾਉਂਦੇ ਆ। ਕੋਈ ਸਤਨਾਮ ਸੀ। ਇਹ ਨਾਮ ਦੀ ਮਹਿਮਾ। ਸੰਤ ਜਣੋ ਸੁਣ ਭਾਈਓ, ਛੂਟਣ ਸਾਚੈ ਨਾਏ, ਗੁਰ ਕੇ ਚਰਨ ਸਰੇਵਨੇ, ਤੀਰਥ ਹਰਿ ਕਾ ਨਾਮ। ਗੁਰੂ ਦੇ ਚਰਨਾਂ ਨਾਲ ਜੁੜਨਾ, ਹਰੀ ਦਾ ਨਾਮ ਜਪਣਾ, ਇਹੋ ਹੀ ਮਨੁੱਖ ਦੇ ਲਈ ਜ਼ਰੂਰੀ ਹੈ। ਆਗੈ ਦਰਗਹਿ ਮੰਨੀਐ, ਮਿਲੈ ਨਿਥਾਵੈ ਥਾਉ। ਜਿਹੜੇ ਗੁਰੂ ਚਰਨਾਂ ਨਾਲ ਜੁੜਦੇ ਹਨ ਉਹਨਾਂ ਦਾ ਦਰਗਾਹ ਵਿੱਚ ਸਤਿਕਾਰ ਹੁੰਦਾ ਹੈ। ਉਹਨਾਂ ਨੂੰ ਨਿਥਾਵਿਆਂ ਨੂੰ ਦਰਗਾਹ ਵਿੱਚ ਥਾਂ ਮਿਲ ਜਾਂਦਾ ਹੈ, ਘਰ ਮਿਲ ਜਾਂਦਾ ਹੈ। ਇਸੇ ਕਰਕੇ ਤੀਜੇ ਪਾਤਸ਼ਾਹ ਜੀ ਨੂੰ ਇੱਕ ਤਖਾਲਸ ਦਿੱਤਾ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ, ਵਡਿਆਈ ਦਿੱਤੀ। ਤੂੰ ਤਾਂ ਨਿਮਾਣਿਆਂ ਦਾ ਮਾਣ ਹੈ, ਨਿਤਾਣਿਆਂ ਦਾ ਤਾਣ ਹੈ, ਨਿਥਾਵਿਆਂ ਦਾ ਥਾਮ ਹੈ, ਨਿਓਟਿਆਂ ਦੀ ਓਟ ਹੈ, ਨਿਆਸਰਿਆਂ ਦਾ ਆਸਰਾ ਹੈ, ਨਿਗਤਿਆਂ ਦੀ ਗਤ ਹੈ, ਨਿਪੱਤਿਆਂ ਦੀ ਪਤ ਹੈ, ਨਿਧਿਰਿਆਂ ਦੀ ਧਿਰ ਹੈ। ਇੱਦਾਂ ਕਰਕੇ ਬੇਅੰਤ ਬਚਨ ਸਤਿਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਵਡਿਆਈ ਦਿੰਦਿਆਂ ਹੋਇਆਂ ਬਖਸ਼ਿਸ਼ ਕੀਤੇ। ਔਰ
ਗੁਰਤਾ ਗੱਦੀ ਵੀ ਦੇ ਦਿੱਤੀ ਉਹਨਾਂ ਨੂੰ। ਜਿਸ ਗੁਰੂ ਅਮਰਦਾਸ ਨੂੰ ਕਿਸੇ ਵੇਲੇ ਇੱਕ ਬ੍ਰਹਮਚਾਰੀ ਨਗੋਰਾ ਕਹਿ ਕੇ ਛੱਡ ਕੇ ਤੁਰ ਗਿਆ ਸੀ, ਕਹਿੰਦਾ ਮੈਂ ਤੇਰੇ ਕੋਲੇ ਹੁਣ ਰਾਤ ਨਹੀਂ ਕੱਟਦਾ, ਹੁਣ ਉਹੀ ਬ੍ਰਹਮਚਾਰੀ, ਉਹੀ ਬ੍ਰਾਹਮਣ, ਉਹੀ ਸੰਸਾਰ ਦੇ ਲੋਕ ਸਤਿਗੁਰੂ ਅਮਰਦਾਸ ਜੀ ਦੇ ਪੈਰੀਂ ਪੈਂਦੇ ਆ, ਚਰਨੀ ਲੱਗਦੇ ਆ ਉਹਨਾਂ ਦੇ। ਜਨਕ ਇਸੇ ਤਰ੍ਹਾਂ ਹੀ ਸਤਿਗੁਰੂ ਅਮਰਦਾਸ ਜੀ ਦੀ ਮਹਿਮਾ, ਜਿਨ੍ਹਾਂ ਨੂੰ ਗੁਰੂ ਚਰਨਾਂ ਵਿੱਚ ਥਾਂ ਮਿਲ ਗਿਆ। ਇਸ ਕਰਕੇ ਨਾਮ ਦੀ ਮਹਿਮਾ ਹੈ। ਅਸਲ ਦੇ ਵਿੱਚ ਨਾਮ ਦੇ ਵਿੱਚ ਇਹ ਤਾਕਤ ਹੈ। ਜਿਨ੍ਹਾਂ ਨੇ ਗੁਰੂ ਦੇ ਨਾਮ ਨੂੰ ਮੰਨਿਆ, ਉਹਨਾਂ ਨੂੰ ਦਰਗਾਹ ਵਿੱਚ ਮੰਨਿਆ ਗਿਆ, ਉਹਨਾਂ ਨੂੰ ਸਤਿਕਾਰ ਮਿਲ ਗਿਆ। ਜੇ ਘਰੇ ਦੇ ਦਰਗਹਿ ਕਹੈ ਨ ਕੋ, ਆਓ ਬੈਠ ਆਦਰ ਸੁਭ ਦੇਉ। ਉਹਨਾਂ ਨੂੰ ਦਰਗਾਹ ਵਿੱਚ ਕੋਈ ਇਹ ਨਹੀਂ ਕਹਿੰਦਾ ਓਏ ਤੂੰ ਕੌਣ ਹੈ, ਕਿੱਧਰੋਂ ਆਇਆ, ਕਿੱਧਰ ਚੱਲੇ ਆ, ਖੜ ਜਾ ਇੱਧਰ। ਸਤਿਕਾਰ ਕਰਦੇ ਆ। ਉਹਨਾਂ ਧਰਮਰਾਜ ਵੀ ਸਤਿਕਾਰ ਕਰਦਾ ਹੈ। ਧਰਮ ਰਾਏ ਐਸੇ ਚਵੈ ਕੀਤੋ ਭਵਨ ਪੁਨੀਤ, ਧਰਮ ਰਾਏ ਤਿਨਾ ਕਾ ਮਿੱਤ ਹੈ। ਇਹ ਨਾਮ ਦੀ ਮਹਿਮਾ ਕਰਕੇ ਧਰਮਰਾਜ ਵੀ ਉਹਨਾਂ ਦਾ ਮਿੱਤਰ ਬਣ ਜਾਂਦਾ ਹੈ। ਮੇਰੇ ਪ੍ਰੀਤਮ ਜੀ ਕਹਿੰਦੇ ਸਿੱਖੋ, ਜਿਨ੍ਹਾਂ ਨੇ ਗੁਰੂ ਦੇ ਚਰਨਾਂ ਨੂੰ ਸਿਮਰਨਾ ਕੀਤਾ, ਗੁਰ ਕੈ ਚਰਨ ਸਰੇਵਨੇ ਤੀਰਥ ਹਰਿ ਕਾ ਨਾਉ, ਆਗੇ ਦਰਗਹਿ ਮੰਨੀ ਹੈ। ਮਿਲਿਆ ਨਿਥਾਵੇਂ ਥਾਉ ਭਾਈ ਰੇ, ਸਾਚੀ ਸਤਿਗੁਰ ਸੇਵ। ਇਹ ਭਾਈ ਸੱਚੇ ਸਤਿਗੁਰ ਦੇ ਚਰਨੀ ਲੱਗੋ, ਸੱਚੇ ਸਤਿਗੁਰ ਦੀ ਸੇਵਾ ਕਰੋ, ਉਹਦੇ ਬਚਨ ਮੰਨੋ। ਸਤਿਗੁਰ ਟੁੱਠੈ ਪਾਈਐ, ਜੇ ਤੁਹਾਡੀ ਸੇਵਾ ਤੇ ਗੁਰੂ ਖੁਸ਼ ਹੋ ਗਿਆ, ਜੇ ਗੁਰੂ ਨੂੰ ਤੁਸੀਂ ਖੁਸ਼ ਕਰਦੇ ਆ ਸੇਵਾ ਕਰਕੇ, ਜਿਵੇਂ ਭਾਈ ਜੇਠਾ ਜੀ ਨੇ ਖੁਸ਼ ਕੀਤਾ ਸਤਿਗੁਰੂ ਅਮਰਦਾਸ ਜੀ ਨੂੰ ਟੋਕਰੀ ਦੀ ਸੇਵਾ ਕਰਕੇ। ਗੁਰੂ ਘਰ ਦਾ ਸਾਰਾ ਕਾਰਜ ਉਹਨਾਂ ਨੇ ਸੰਭਾਲ ਲਿਆ, ਔਰ ਗੁਰੂ ਅਮਰਦਾਸ ਜੀ ਨੇ ਜੇਠਾ ਜੀ ਨੂੰ ਗੁਰਤਾ ਗੱਦੀ ਦੇ ਕੇ ਆਪਣਾ ਹੀ ਰੂਪ ਬਣਾ ਲਿਆ। ਤੇ ਉਹੀ ਜੇਠਾ ਅੱਗੇ ਚੱਲ ਕੇ ਸਤਿਗੁਰੂ ਰਾਮਦਾਸ ਜੀ ਬਣੇ। ਤੇ ਜਿਸ ਦਿਨ ਉਹਨਾਂ ਨੂੰ ਗੁਰਤਾ ਗੱਦੀ ਸੌਂਪਣੀ ਕੀਤੀ ਨਾ, ਤੇ ਗੁਰਤਾ ਗੱਦੀ ਤੇ ਬਹਿੰਦਿਆਂ ਉਹਨਾਂ ਨੇ ਪਹਿਲਾ ਸ਼ਬਦ ਉਚਾਰਿਆ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾਬਿਦ ਤੁਮ ਹਰ ਜਾਣੋ ਆਪੇ। ਹਾਲਤ ਮੇਰੀ ਹਾਲਤ ਨੂੰ ਮਹਾਰਾਜ ਤੋਂ ਜਾਣ ਲਈ ਹੈ, ਕਿਉਂਕਿ ਸਿਰ ਤੇ ਮਾਂ ਪਿਓ ਦਾ ਸਾਇਆ ਵੀ ਨਹੀਂ ਸੀ ਰਿਹਾ। ਮਾਂ ਪਿਓ ਬਚਪਨ ਵਿੱਚ ਮਰ ਗਏ ਸਨ, ਔਰ ਇਹਨਾਂ ਨੇ ਬਚਪਨ ਦਾ ਜੀਵਨ ਨਾਨਕੇ ਨਾਨੀ ਕੋਲ ਰਹਿ ਕੇ ਬਤੀਤ ਕੀਤਾ ਸੀ। ਤੇ ਨਾਨੀ ਕੋਲ ਵੀ ਗਰੀਬੀ ਸੀ, ਬਾਸਰਕੇ ਪਿੰਡ 'ਚ। ਉੱਥੇ ਫਿਰ ਇਹਨਾਂ ਨੇ ਛੋਲਿਆਂ ਦੀਆਂ ਘੁੰਗਣੀਆਂ ਤਿਆਰ ਕਰਨੀਆਂ ਤੇ ਉਹ ਵੇਚ ਕੇ ਆਉਣੀਆਂ। ਤੇ ਅੱਜ ਗੁਰੂ ਅਮਰਦਾਸ ਜੀ ਨੇ ਐਸੀ ਕਿਰਪਾ ਕੀਤੀ ਇਹਨਾਂ ਦੀ ਸੇਵਾ ਤੇ, ਐਸੇ ਖੁਸ਼ ਹੋਏ, ਐਸੇ ਖੁਸ਼ ਹੋਏ ਕਿ ਉਹਨਾਂ ਨੂੰ ਆਪ ਦਾ ਰੂਪ ਬਣਾ ਕੇ ਪਰਮੇਸ਼ਰ ਵਿੱਚ ਮਿਲਾ ਦਿੱਤਾ। ਸਤਿਗੁਰ ਤੁਠੈ ਪਾਈ ਹੈ ਪੂਰਨ ਅਲਖ ਅਭੇਵ। ਉਸ ਪੂਰੇ ਦਾ ਪ੍ਰਾਪਤੀ ਹੁੰਦੀ ਹੈ, ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਜਦੋਂ ਗੁਰੂ ਖੁਸ਼ ਹੋ ਜਾਂਦਾ ਤੇ ਰੱਬ ਨਾਲ ਮਿਲਾ ਦਿੰਦਾ। ਰੱਬ ਨਾਲ ਮਿਲਾਉਣਾ ਤਾਂ ਛੱਡੋ, ਖੁਦ ਨੂੰ ਰੱਬ ਬਣਾ ਦਿੰਦਾ ਹੈ। ਕੋ ਸਤਨਾਮ ਸ੍ਰੀ ਸਤਿਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾਬਿਦ ਤੁਮ ਹਰ ਜਾਣੋ ਆਪੇ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ, ਗੁਰ ਸਤਿਗੁਰ ਸੰਗ ਕੀੜੇ ਹਮ ਥਾਪੇ। ਤੇ ਜਦੋਂ ਗੁਰੂ ਅਮਰਦਾਸ ਜੀ ਦੀ ਸੰਗਤ ਹੋਈ ਤੇ ਮੈਨੂੰ ਕੀੜੇ ਨੂੰ ਬਾਦਸ਼ਾਹ ਬਣਾ ਦਿੱਤਾ, ਮੈਨੂੰ ਕੀੜੇ ਨੂੰ ਪਾਤਸ਼ਾਹ ਬਣਾ ਦਿੱਤਾ, ਰਾਜਾ ਬਣਾ ਦਿੱਤਾ। ਬਾਦਸ਼ਾਹ ਦੇ ਬਾਦਸ਼ਾਹ 'ਚ ਫਰਕ ਹੁੰਦਾ ਹੈ। ਬਾਦਸ਼ਾਹ ਰਾਜੇ ਹੁੰਦੇ ਆ ਜੋ ਮਾਇਆ ਨਾਲ ਜੁੜੇ ਹੁੰਦੇ ਹੈ, ਪਾਤਸ਼ਾਹ ਹੁੰਦੇ ਆ ਜੋ ਪੱਤ ਰੱਖਣ ਵਾਲੇ। ਪਾਤਸ਼ਾਹ ਇੱਜ਼ਤ ਰੱਖਣ ਵਾਲਾ ਉਹ ਪਾਤਸ਼ਾਹ ਹੈ, ਉਹ ਗੁਰੂ ਨਾਨਕ ਹੈ। ਸਤਿਗੁਰੂ ਰਾਮਦਾਸ ਜੀ ਵਰਤਾਏ ਭਾਈ ਸਾਹਿਬ ਭਾਈ ਗੁਰਦਾਸ ਜੀ ਸੋਹਣੇ ਬਚਨ ਲਿਖਦੇ ਨੇ,
ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ, ਦਿੱਤਾ ਲਈਐ ਆਪਣਾ ਅਨ ਦਿੱਤਾ ਕਿਛ ਹੱਥ ਨ ਆਵੈ। ਤੋ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਿ ਸਿੱਖੋ ਜਦੋਂ ਗੁਰੂ ਖੁਸ਼ ਹੋ ਗਿਆ ਨਾ ਤੁਹਾਡੀ ਸੇਵਾ ਤੇ ਤੁਹਾਨੂੰ ਰੱਬ ਵਿੱਚ ਮਿਲਾ ਦੇਵੇਗਾ। ਹਰ ਕਾ ਸੇਵਕ ਸੋ ਹਰ ਜਿਹਾ ਤੈਨੂੰ ਹਰੀ ਦਾ ਰੂਪ ਦੇ ਦੇਵੇਗਾ। ਪਾਈਆ ਲੱਖ ਅਭੇਵ ਜੋ ਲਖਿਆ ਨਹੀਂ ਜਾਂਦਾ, ਜਿਹਦਾ ਭੇਤ ਨਹੀਂ ਆਉਂਦਾ ਉਹਦਾ ਭੇਤ ਵੀ ਆ ਜਾਂਦਾ, ਉਹ ਲਖਿਆ ਵੀ ਜਾਂਦਾ ਹੈ। ਉਸ ਦੀ ਜਾਣਕਾਰੀ ਗੁਰੂ ਦੇ ਰਾਹੀਂ ਮਿਲ ਜਾਂਦੀ ਹੈ। ਰਹਾਉ ਦਾ ਮਤਲਬ ਹੈ ਠਹਿਰੋ। ਅਸੀਂ ਲਗਾਤਾਰ ਬਾਣੀ ਪੜ੍ਹਦੇ ਹਾਂ, ਜਦੋਂ ਉਦੋਂ ਰਹਾਉ ਕਹਿ ਕੇ ਫਿਰ ਟੱਪ ਜਾਂਦੇ ਹਾਂ। ਗੁਰੂ ਕਹਿੰਦਾ ਰਹਾਉ ਠਹਿਰੋ। ਕੀ ਪੜ੍ਹਿਆ ਪਿੱਛੇ ਇਹਨੂੰ ਵਿਚਾਰੋ ਫਿਰ ਅੱਗੇ ਚੱਲੋ। ਇਸ ਕਰਕੇ ਰਹਾਉ ਦੇ ਆਸੇ ਪਾਸੇ ਜੋ ਦੋ ਪੰਕਤੀਆਂ ਘੁੰਮਦੀਆਂ ਉਸਨੂੰ ਰਹਾਉ ਦੀਆਂ ਪੰਕਤੀਆਂ ਕਹਿੰਦੇ ਆ। ਉਹਨਾਂ ਵੀ ਸਾਰੇ ਸ਼ਬਦ ਦਾ ਮੇਨ ਭਾਵ ਹੁੰਦਾ ਗੁਰੂ ਪਿਆਰਿਓ। ਰਹਾਉ ਤੇ ਗੁਰੂ ਨੂੰ ਕਿਵੇਂ ਖੁਸ਼ ਕਰੀਏ? ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰੂ ਨੂੰ ਖੁਸ਼ ਕਰਨ ਲਈ ਸੇਵਾ ਤੇ ਸਿਮਰਨ। ਸਤਿਗੁਰ ਵਿਟੋਂ ਵਾਰਿਆ, ਉਹਨਾਂ ਤੋਂ ਬਲਿਹਾਰੇ ਜਾਈਏ। ਜਿਵੇਂ ਛੇਵੇਂ ਪਾਤਸ਼ਾਹ ਜੀ ਦੇ ਨਾਲ ਭਾਈ ਬਿਧੀ ਚੰਦ ਵਰਗੇ ਸਿੰਘਾਂ ਨੇ ਜਦੋਂ 4 ਜੰਗਾਂ ਸ਼ਾਹਜਹਾਂ ਦੀ ਫੌਜ ਨਾਲ ਹੋਈਆਂ ਤੇ ਕਿਤਨੇ ਹੀ ਸਿੰਘਾਂ ਨੇ ਆਪਣੀ ਜ਼ਿੰਦਗਾਨੀ ਸਤਿਗੁਰਾਂ ਤੋਂ ਵਾਰ ਦਿੱਤੀ, ਗੁਰੂ ਦੀਆਂ ਖੁਸ਼ੀਆਂ ਲਈਆਂ। ਭਾਈ ਬਿਧੀ ਚੰਦ ਵਰਗੇ ਅਨੇਕਾਂ ਸਿੱਖਾਂ ਨੇ ਆਪਣੇ ਜੀਵਨ ਗੁਰੂ ਦੇ ਲੇਖੇ ਲਾ ਦਿੱਤੇ। ਭਗਤ ਰਵਿਦਾਸ ਜੀ ਸੋਹਣਾ ਬਚਨ ਲਿਖਦੇ ਨੇ ਕਿ ਬਹੁਤ ਸਾਰੇ ਜੀਵਨ ਮੈਂ ਇੱਦਾਂ ਦੇ ਖਰਾਬ ਕੀਤੇ ਨੇ। ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਹਾਰੇ ਲੇਖੇ। ਬੜਾ ਲੰਮਾ ਸਮਾਂ ਹੋ ਗਿਆ, ਚਿਰ ਭਇਓ ਦਰਸ਼ਨ ਦੇਖੇ। ਬੜਾ ਲੰਬਾ ਸਮਾਂ ਹੋ ਗਿਆ ਤੈਨੂੰ ਮਿਲੇ ਨੂੰ। ਔਰ ਆ ਜੀਵਨ ਮੈਂ ਤੇਰੇ ਲੇਖੇ ਲਾਉਣਾ। 10ਵੇਂ ਪਾਤਸ਼ਾਹ ਜੀ ਦੇ ਜਾਂ ਗੁਰੂਆਂ ਨੇ 10 ਹੀ ਗੁਰੂਆਂ ਦੇ ਸਮੇਂ ਬਹੁਤ ਸਾਰੇ ਸਿੱਖਾਂ ਨੇ ਆਪਣੀਆਂ ਜ਼ਿੰਦਗਾਨੀਆਂ ਗੁਰੂ ਦੇ ਲੇਖੇ ਲਾਤੀਆਂ। ਬਾਬਾ ਬੁੱਢਾ ਜੀ ਦੀ ਗੱਲ ਕਰੀਏ, 10-12 ਸਾਲ ਦੇ ਗੁਰੂ ਘਰ 'ਚ ਆ ਗਏ ਸੀ। ਬਾਬੇ ਨਾਨਕ ਨੂੰ ਮਿਲੇ ਸੀ ਜਦੋਂ, ਛੋਟੀ ਉਮਰ ਦੇ ਸੀ। ਮੱਝਾਂ ਚਾਰਨ ਗਏ ਸੀ ਬਾਹਰ, ਜਦੋਂ ਮਿਲਾਪ ਹੋਇਆ ਤੇ ਗੁਰੂ ਪਿਆਰਿਓ ਫਿਰ ਬਾਕੀ ਦੀ ਸਾਰੀ ਜ਼ਿੰਦਗੀ ਜੋ 100 ਸਾਲ ਤੱਕ ਸਾਰੀ ਬਾਬੇ ਬੁੱਢੇ ਨੇ ਗੁਰੂ ਦੇ ਲੇਖੇ ਲਾਈ ਹੈ, ਗੁਰੂ ਘਰ ਸੇਵਾ ਕਰਕੇ। ਇਸ ਕਰਕੇ ਜਿਨ੍ਹਾਂ ਨੇ ਗੁਰੂ ਨੂੰ ਖੁਸ਼ ਕਰ ਲਿਆ, ਸਤਿਗੁਰ ਵਿਟੋਂ ਵਾਰਿਆ, ਜਿਨ੍ਹਾਂ ਨੇ ਆਪਣੀ ਜ਼ਿੰਦਗਾਨੀ ਗੁਰੂ ਤੋਂ ਵਾਰ ਦਿੱਤੀ, ਭਾਵ ਗੁਰੂ ਦੇ ਕੰਮ ਲਾ ਦਿੱਤੀ, ਗੁਰੂ ਦੇ ਲੇਖੇ ਲਾ ਦਿੱਤੀ। ਜਿਨ ਦਿੱਤਾ ਸਚ ਨਾਉ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਗੁਰੂ ਦੇ ਲੇਖੇ ਲਾ ਦਿੱਤੀ ਤੇ ਗੁਰੂ ਦੇ ਮਨ ਨੂੰ ਜਿੱਤ ਲਿਆ, ਭਾਵ ਗੁਰੂ ਨੂੰ ਭਾਵੇ ਜਿਹੜੇ, ਤੇ ਗੁਰੂ ਨੇ ਉਹਨਾਂ ਨੂੰ ਸੱਚੇ ਨਾਮ ਦੀ ਦਾਤ ਦੇ ਦਿੱਤੀ। ਉਹਨਾਂ ਨੂੰ ਪਰਮੇਸ਼ਰ ਦਾ ਭੇਤ ਦੱਸ ਦਿੱਤਾ, ਪਰਮੇਸ਼ਰ ਨਾਲ ਮਿਲਾ ਦਿੱਤਾ। ਤਾਂ ਤੇ ਸੰਤ ਜਨੋ ਸੁਣ ਭਾਈਓ, ਛੁੱਟਣ ਸਾਚੈ ਨਾਏ। ਕੇਵਲ ਤੇ ਕੇਵਲ ਪਰਮੇਸ਼ਰ ਦਾ ਨਾਮ ਜਪ ਕੇ ਛੁੱਟ ਸਕਦੇ ਹਾਂ। ਆਂਡਨ ਸੱਚ ਸਲਾਹਣਾ, ਸੱਚੇ ਕੇ ਗੁਣ ਗਾਓ। ਆਓ ਆਪਾਂ ਲਗਾਤਾਰ ਰੋਜ਼ਾਨਾ ਉਸ ਪਰਿਪੂਰਨ ਪਰਮੇਸ਼ਰ ਪ੍ਰਮਾਤਮਾ ਨਾਲ ਜੁੜਨਾ ਕਰੀਏ, ਉਹਦੇ ਗੁਣ ਗਾਉਣਾ ਕਰੀਏ। ਸੱਚ ਖਾਣਾ ਸੱਚ ਪਹਿਨਣਾ, ਸੱਚੈ ਸੱਚਾ ਨਾਉ। ਹਮੇਸ਼ਾ ਉਸ ਨੂੰ ਯਾਦ ਰੱਖੀਏ, ਖਾਂਦੇ ਪੀਂਦੇ ਉੱਠਦੇ ਬਹਿੰਦੇ ਹਰ ਵੇਲੇ, ਆਉਂਦੇ ਜਾਂਦੇ।
ਤੁਹਾਡੇ ਸਰੀਰ ਦੇ ਅੰਦਰ ਵੀ ਸੱਚ ਹੋਵੇ ਤੇ ਬਾਹਰ ਵੀ ਸੱਚ ਪਹਿਨਿਆ ਹੋਵੇ। ਹੱਕ ਪਰਾਇਆ ਨਾਨਕਾ, ਜਿਹੜਾ ਪਰਾਇਆ ਹੱਕ ਖਾਣਾ ਹੈ ਉਹ ਝੂਠ ਖਾਣਾ ਹੈ, ਜਿਹੜਾ ਆਪਣਾ ਕਿਰਤ ਕਰਕੇ ਖਾਣਾ ਹੈ ਇਹ ਸੱਚ ਖਾਣਾ ਹੈ। ਇਸ ਕਰਕੇ ਦਸਾਂ ਨੌਹਾਂ ਦੀ ਕਿਰਤ ਕਰਕੇ ਖਾਣਾ, ਦਸਾਂ ਨੌਹਾਂ ਦੀ ਕਿਰਤ ਦਾ ਕੱਪੜਾ ਪਹਿਨਣਾ, ਇਹ ਵੀ ਨਾਲ ਅਰਥ ਹਨ। ਇਸ ਦੇ ਸੱਚੇ ਸੱਚਾ ਨਾਉ, ਉਹ ਸੱਚੇ ਪਰਮੇਸ਼ਰ ਦਾ ਸੱਚਾ ਨਾਮ ਜ਼ਿੰਦਗੀ ਵਿੱਚ ਧਾਰਨ ਕਰਨਾ। ਉਠੰਦਿਆਂ ਸਵੰਦਿਆਂ ਖਵੰਦਿਆਂ, ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ, ਖਾਂਦਿਆਂ ਪੀਂਦਿਆਂ, ਫਿਰ ਸਾਡੀ ਮੁਕਤ ਹੋ ਜਾਂਦੀ ਹੈ ਜੇ ਹਰ ਵੇਲੇ ਅਸੀਂ ਪਰਮੇਸ਼ਰ ਨੂੰ ਜਪੀਏ। ਅਗਲੀ ਪੰਕਤੀ ਵਿੱਚ ਬਾਦਸ਼ਾਹ ਗੱਲ ਕਲੀਅਰ ਕਰ ਦਿੰਦੇ ਹੈ, ਸਾਸ ਗਿਰਾਸ ਨ ਵਿਸਰੈ। ਸਮੇਂ ਦਾ ਸਭ ਤੋਂ ਛੋਟਾ ਪੁਆਇੰਟ ਹੈ ਸਵਾਸ ਲੈਣਾ। ਅੱਜ ਦੇ ਮੁਤਾਬਕ ਘੜੀਆਂ ਦਾ ਸਕਿੰਟ ਹੁੰਦਾ। ਕੋ ਸਤਨਾਮ ਸ੍ਰੀ। ਸਾਹ ਆਇਆ ਤੇ ਆਪਾਂ ਆਦਮੀ ਆ, ਤੇ ਨਾ ਸਾਹ ਆਇਆ ਤੇ ਮਿੱਟੀ ਦੀ ਢੇਰੀ ਆ। ਹਮ ਆਦਮੀ ਹਾਂ ਇੱਕ ਦਮੀ, ਮੋਹਲਤ ਮੋਹਤ ਨ ਜਾਣਾ। ਨਾਨਕ ਬਿਨਵੈ ਤਿਸੈ ਸਰੇਵੋ, ਜਾ ਕੇ ਜੀ ਪੁਰਾਣਾ। ਇਸ ਕਰਕੇ ਸਾਸ ਗਿਰਾਸ ਨ ਵਿਸਰੈ, ਸਫਲ ਮੂਰਤ ਗੁਰ ਆਪ। ਜਿਨ੍ਹਾਂ ਨੂੰ ਸਵਾਸਾਂ ਦੇ ਨਾਲ ਸਵਾਸ ਲੈਂਦੇ ਆ, ਗਰਾਸ ਹੁੰਦਾ ਸਵਾਸ ਅੰਦਰ ਲੈਣਾ। ਸਵਾਸ ਦਾ ਮਤਲਬ ਹੈ ਸਵਾਸ ਨੂੰ ਬਾਹਰ ਕੱਢਣਾ। ਇਸ ਕਰਕੇ ਸਵਾਸ ਲੈਂਦੇ ਆ, ਸਵਾਸ ਛੱਡਦੇ ਆ। ਹਰ ਵੇਲੇ ਜਿਨ੍ਹਾਂ ਨੇ ਉਸ ਮਾਲਕ ਨੂੰ ਯਾਦ ਕੀਤਾ, ਉਹ ਉਹਦਾ ਰੂਪ ਹੋ ਗਏ। ਹਰ ਕਾ ਸੇਵਕ ਸੋ ਹਰ ਜੇਹਾ, ਭੇਦ ਨਾ ਜਾਣੋ ਮਾਨਸ ਦੇਹਾ। ਗੁਰੂ ਨੇ ਉਹਨਾਂ ਨੂੰ ਆਪ ਦਾ ਰੂਪ ਬਣਾ ਲਿਆ। ਗੁਰ ਜੇਵੜ ਅਵਰਨ ਦਿਸਈ, ਉਹਨਾਂ ਨੂੰ ਆਪਣੇ ਗੁਰੂ ਵਰਗਾ ਦੁਨੀਆ 'ਚ ਕੋਈ ਨਹੀਂ ਦਿਸਦਾ। ਜਿਵੇਂ ਇੱਕ ਇਸਤਰੀ ਦਾ ਜੋ ਆਪਣੇ ਪਤੀ ਤੇ ਡਿਪੈਂਡ ਹੈ, ਸੁਹਾਗਣ ਹੈ, ਉਹ ਆਪਣੇ ਪਤੀ ਤੋਂ ਬਗੈਰ ਬਾਕੀਆਂ ਨੂੰ ਭਰਾ ਪੁੱਤਰ ਅਤੇ ਪਿਤਾ ਦੇ ਸਮਾਨ ਜਾਣਦੀ ਹੈ। ਇਸੇ ਤਰ੍ਹਾਂ ਉਹ ਜਿਹੜਾ ਸਿੱਖ ਹੈ ਨਾ, ਆਪਣੇ ਗੁਰੂ ਤੋਂ ਬਗੈਰ ਬਾਕੀ ਸਭ ਨੂੰ ਸੰਸਾਰ ਜਾਣਦਾ ਹੈ, ਮਾਇਆ ਜਾਣਦਾ ਹੈ, ਔਰ ਗੁਰੂ ਨਾਲ ਜੁੜਿਆ ਰਹਿੰਦਾ। ਉਹਦੀਆਂ ਅੱਖਾਂ ਵਿੱਚ ਮੇਰੇ ਗੁਰੂ ਵਰਗਾ ਕੋਈ ਵੀ ਨਹੀਂ। ਇਹ ਗੱਲ ਪੰਜਵੇਂ ਪਾਤਸ਼ਾਹ ਕਹਿੰਦੇ ਆ ਨਾ, ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋਊ ਆਂਖ ਤਰੈ ਨਹੀਂ ਆਨਿਓ। ਜਿੱਦਣ ਦਾ ਮੈਂ ਤੇਰੇ ਚਰਨੀ ਲੱਗਿਆ, ਮੈਨੂੰ ਤੇਰੇ ਵਰਗਾ ਕੋਈ ਦਿਸਿਆ ਹੀ ਨਹੀਂਗਾ। ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋਊ ਆਂਖ ਤਰੈ ਨਹੀਂ ਆਨਿਓ। ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈ ਮਤ ਏਕ ਨ ਮਾਨਿਓ। ਦੁਨੀਆ ਬਹੁਤ ਤਰ੍ਹਾਂ ਦੀਆਂ ਮਤਾਂ ਦਿੰਦੀ ਹੈ, ਪਰ ਮੈਨੂੰ ਤੇਰੀ ਮੱਤ ਚੰਗੀ ਲੱਗੀ ਹੈ, ਗੁਰਮਤਿ ਚੰਗੀ ਲੱਗੀ ਆ। ਸਿਮਰਤ ਸ਼ਾਸਤਰ ਵੇਦ ਸਭੇ ਬਹੁ ਭੇਦ ਕਹੈ। ਹਿੰਦੂ ਮਤ ਦੇ ਸਾਰੇ ਗ੍ਰੰਥ ਤਰ੍ਹਾਂ ਤਰ੍ਹਾਂ ਦੀਆਂ ਜੁਗਤੀਆਂ ਦੱਸਦੇ ਆ, ਭੇਦ ਦੱਸਦੇ ਆ ਰੱਬ ਨੂੰ ਪਾਉਣ ਦੇ, ਪਰ ਮੈਨੂੰ ਤਾਂ ਤੇਰੀ ਗੱਲ ਚੰਗੀ ਲੱਗੀ ਹੈ। ਹਮ ਏਕ ਨਾ ਜਾਣਿਓ, ਮੈਂ ਨਹੀਂ ਉਹ ਸੁਣਦਾ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹੋ ਸਭ ਤੋਹੇ ਵਖਾਨਿਓ। ਆ ਜੋ ਮੈਂ ਬੋਲ ਰਿਹਾ ਇਹ ਵੀ ਤੂੰ ਹੀ ਕਿਰਪਾ ਕਰਕੇ ਬੁਲਾ ਰਿਹਾ, ਇਹ ਮੈਂ ਨਹੀਂ ਬੋਲ ਰਿਹਾ। ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ, ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨਾਲ ਜੁੜਨਾ ਕੀਤਾ, ਜਿਨ੍ਹਾਂ ਨੇ ਸਾਸ ਗਿਰਾਸ ਉਹਨੂੰ ਜਪਣਾ ਕੀਤਾ, ਸਾਸ ਗਿਰਾਸ ਨ ਵਿਸਰੈ ਸਫਲ ਮੂਰਤ ਗੁਰ ਆਪ। ਉਹ ਗੁਰੂ ਦਾ ਰੂਪ ਹੋ ਗਏ। ਗੁਰ ਜੇਵੜ ਅਵਰ ਨ ਦਿਸਈ, ਆਠ ਪਹਿਰ ਤਿਸ ਜਾਪ।
ਉਹਨਾਂ ਵਾਸਤੇ ਗੁਰੂ ਵਰਗਾ ਹੋਰ ਕੋਈ ਨਹੀਂ। ਉਹ ਅੱਠੇ ਪੈਰ ਮਾਲਕ ਨੂੰ ਜਪਦੇ ਹਨ, ਯਾਦ ਰੱਖਦੇ ਹਨ। ਨਦਰ ਕਰੇ ਤਾਂ ਪਾਈਐ, ਆਓ ਗੁਰੂ ਕਿਰਪਾ ਕਰੇ। ਨਦਰ ਕਰੇ ਮਤਲਬ ਕਿਰਪਾ ਕਰੇ। ਜਦੋਂ ਅਸੀਂ ਕਿਸੇ ਦੇ ਖੁਸ਼ ਹੁੰਦੇ ਹਾਂ ਤੇ ਸਾਡੀ ਅੱਖ ਕਿੱਦਾਂ ਹੁੰਦੀ ਆ, ਜਦੋਂ ਗੁੱਸੇ 'ਚ ਹੁੰਦੇ ਹਾਂ ਤਾਂ ਸਾਡੀ ਅੱਖ ਕਿੱਦਾਂ ਹੁੰਦੀ ਆ। ਨਜ਼ਰ ਦਾ ਮਤਲਬ ਹੈ ਕਿਰਪਾ ਦ੍ਰਿਸ਼ਟੀ। ਸਤਿਗੁਰੂ ਕਿਰਪਾ ਕਰੇ ਸਾਡੇ ਤੇ। ਨਜ਼ਰ ਕਰੇ ਤਾਂ ਪਾਈਐ, ਜਦੋਂ ਕਿਰਪਾ ਕਰਦਾ ਖੁਸ਼ੀ ਦੇ ਘਰ 'ਚ ਆਉਂਦਾ। ਜਿਸ ਤਰ੍ਹਾਂ ਇੱਕ ਦਿਨ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਹਿਲਾਂ 'ਚ ਆਏ ਤੇ ਉੱਥੇ ਮਾਤਾ ਜੀਤੋ ਜੀ ਘਰ ਵਿੱਚ ਬਿਰਾਜਮਾਨ ਹਨ। ਪਲੰਘੇ ਤੇ ਬੈਠੇ ਕੋ ਸੋਚਾਂ 'ਚ ਡੁੱਬੇ ਹੋਏ ਐ ਤੇ ਆ ਕੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ, ਕੀ ਹਾਲ ਹੈ ਘਰ ਵਾਲਿਓ, ਕੀ ਸੋਚੀ ਜਾਂਦੇ ਹੋ? ਮਾਤਾ ਜੀਤੋ ਜੀ ਕਹਿੰਦੇ, ਪਾਤਸ਼ਾਹ ਇੱਕ ਗੱਲ ਪੁੱਛਣੀ ਸੀ ਤੁਹਾਨੂੰ, ਪਰ ਅੱਜ ਗੱਲ ਜਿਹੜੀ ਤੁਹਾਨੂੰ ਪੁੱਛਣੀ ਆ ਉਹ ਪਤੀ ਮੰਨ ਕੇ ਨਹੀਂ, ਤੁਹਾਨੂੰ ਗੁਰੂ ਮੰਨ ਕੇ ਪੁੱਛਣੀ ਆ। ਤਾਂ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜੀਤੋ ਜੀ ਬਹੁਤ ਚੰਗੀ ਗੱਲ ਹੈ, ਦੱਸੋ। ਜੀਤੋ ਜੀ ਸਤਿਗੁਰਾਂ ਦੇ ਘਰ ਵਾਲੇ ਮਹਿਲ ਹਨ, ਸੁਪਤਨੀ ਉਹਨਾਂ ਦੇ। ਦੱਸੋ ਮਹਾਰਾਜ, ਸਾਨੂੰ ਇਹ ਦੱਸੋ ਵੀ ਕੀ ਜਿਹੜਾ ਹੈ ਮਨੁੱਖ ਦੇ ਵਾਸਤੇ ਹੀ ਮੁਕਤੀ ਦੇ ਸ਼ਬਦ ਹਨ ਜਾਂ ਕੋਈ ਇਸਤਰੀ ਵਾਸਤੇ ਵੀ ਜੁਗਤੀ ਹੈ? ਕੋਈ ਮੁਕਤੀ ਬਾਰੇ ਸਾਡਾ ਵੀ ਹੱਕ ਹੈ ਕਿ ਨਹੀਂ? ਕਿਉਂਕਿ ਪੁਰਾਣੇ ਵੇਦਾਂ ਗ੍ਰੰਥਾਂ ਨੇ ਜਾਂ ਹਿੰਦੂ ਮਤ ਦੇ ਬ੍ਰਾਹਮਣਾਂ ਨੇ, ਅਖੌਤੀ ਧਰਮ ਦੇ ਮੁਖੀਆਂ ਨੇ ਇਸਤਰੀ ਨੂੰ ਪੈਰ ਦੀ ਜੁੱਤੀ ਕਿਹਾ, ਘਰ ਦੀ ਬਲਗਣ ਵਿੱਚ ਰਹਿਣ ਵਾਲੀ ਕਿਹਾ, ਕੇਵਲ ਬੱਚਿਆਂ ਨੂੰ ਪੈਦਾ ਕਰਨਾ ਤੇ ਪਾਲਣਾ, ਬਸ ਇਹੀ ਕੰਮ ਹੈ ਇਸਤਰੀ ਦਾ। ਉਹ ਤਾਂ ਧੰਨ ਗੁਰੂ ਨਾਨਕ ਦੇਵ ਜੀ ਨੇ ਕਿਰਪਾ ਕੀਤੀ ਕਿ ਇਸਤਰੀ ਮਨੁੱਖ ਦੇ ਬਰਾਬਰ ਹੈ, ਘੱਟ ਨਹੀਂ। ਭੰਡ ਜੰਮੀਐ ਭੰਡ ਨਿਮੀਐ, ਭੰਡ ਮੰਗਣ ਵਿਆਹੋ, ਭੰਡੋ ਹੋਵੇ ਦੋਸਤੀ, ਭੰਡੋ ਚੱਲੈ ਰਾਹੋ, ਭੰਡ ਮੁਆ ਭੰਡ ਭਾਲੀਐ, ਭੰਡ ਹੋਵੇ ਬੰਧਾਨ। ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ। ਇਸਤਰੀ ਨੂੰ ਤੇ ਸ਼ੂਦਰ ਨੂੰ ਤੇ ਪਸ਼ੂ ਨੂੰ, ਇਹਨਾਂ ਤਿੰਨਾਂ ਨੂੰ ਉਹਨਾਂ ਅਖੌਤੀ ਧਰਮ ਦੇ ਮੁਖੀ ਬ੍ਰਾਹਮਣਾਂ ਨੇ ਇੱਕੋ ਲਾਈਨ 'ਚ ਰੱਖਿਆ ਸੀਗਾ। ਬਈ ਸ਼ੂਦਰ ਨੂੰ ਵੀ ਝਿੜਕ ਕੇ ਰੱਖੋ, ਇਸਤਰੀ ਨੂੰ ਵੀ ਝਿੜਕ ਕੇ ਰੱਖੋ ਤੇ ਪਸ਼ੂਆਂ ਨੂੰ ਵੀ। ਇਹ ਤਿੰਨੋਂ ਤਾੜਨ ਕੇ ਅਧਿਕਾਰੀ, ਇਹਨਾਂ ਨੂੰ ਤਾੜ ਕੇ ਰੱਖੋ। ਤੋ ਇਸੇ ਕਰਕੇ ਅੱਜ ਮਾਤਾ ਜੀਤੋ ਜੀ ਨੇ ਪੁੱਛਿਆ ਬਚਨ, ਪਾਤਸ਼ਾਹ ਕਿ ਇਸਤਰੀ ਨੂੰ ਵੀ ਕੋਈ ਹੱਕ ਹੈ ਭਜਨ ਬੰਦਗੀ ਕਰਨ ਦਾ ਕਿ ਨਹੀਂ, ਕਿ ਮਨੁੱਖਾਂ ਨੂੰ ਹੀ ਆ? ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ, ਬਹੁਤ ਸਿਰੇ ਦੀ ਗੱਲ ਪੁੱਛੀ ਜੀਤੋ ਜੀ ਤੁਸੀਂ। ਕਹਿੰਦੇ, ਜੇ ਮਹਾਰਾਜ ਸਾਨੂੰ ਵੀ ਹੱਕ ਹੈ ਤੇ ਫਿਰ ਸਾਨੂੰ ਵੀ ਕੋਈ ਮੰਤਰ ਦੱਸੋ। ਧੰਨ ਗੁਰੂ ਗੋਬਿੰਦ ਸਿੰਘ ਜੀ ਖੁਸ਼ੀ ਦੇ ਘਰ 'ਚ ਆਏ, ਤਰੁੱਠੇ। ਕਹਿੰਦੇ, ਆਓ ਅਸੀਂ ਤੁਹਾਨੂੰ ਅੱਜ ਉਹ ਦਰਗਾਹੀ ਬਚਨ ਦੱਸਦੇ ਹਾਂ ਜਿਸ ਦੇ ਨਾਲ ਤੁਹਾਡਾ ਉਧਾਰ ਹੋਵੇਗਾ, ਮੁਕਤੀ ਹੋਵੇਗੀ। ਔਰ ਇਹ ਕੰਮ ਸਾਰੇ ਕਰ ਸਕਦੇ ਆ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਨਾਂ ਕੋ ਸਮਝ। ਗੁਰੂ ਨਾਨਕ ਦਾ ਉਪਦੇਸ਼ ਸਾਰਿਆਂ ਵਾਸਤੇ ਸਾਂਝ ਹੈ। ਇਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਜੀਤੋ ਜੀ ਏਦਾਂ ਕਰਿਆ ਕਰੋ, ਅੰਮ੍ਰਿਤ ਵੇਲੇ ਉੱਠ ਕਰਕੇ ਇਸ਼ਨਾਨ ਆਦਿ ਕਰਕੇ ਇੱਕ ਸੁੰਦਰ ਜਗ੍ਹਾ ਤੇ ਆਸਣ ਲਾ ਕੇ ਬੈਠਿਆ ਕਰੋ। ਫਿਰ ਆਪਣੇ ਸਵਾਸ ਦੇ ਨਾਲ ਗੁਰੂ ਦਾ ਬਖਸ਼ਿਆ ਮੰਤਰ ਜਪਿਆ ਕਰੋ, ਜੋ ਸਾਡੇ ਕੋਲ ਹੈ। ਵਾਹਿਗੁਰੂ 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 ਵਾਹਿਗੁਰੂ। ਔਰ ਇਸ ਨੂੰ ਜਪਦੇ ਹੋਏ ਕੰਨਾਂ ਨਾਲ ਸੁਣਨਾ ਕਰੋ। ਆਪ ਹੀ ਬੋਲੋ, ਆਪ ਹੀ ਸੁਣੋ। 2 ਪੁਆਇੰਟ। ਤੀਜਾ ਪੁਆਇੰਟ, ਆਪਣੀਆਂ ਨੇਤਰਾਂ ਨੂੰ, ਆਪਣੀਆਂ ਅੱਖਾਂ ਨੂੰ ਜਿੱਥੇ ਆਵਾਜ਼ ਆ ਰਹੀ ਹੈ ਉੱਥੇ ਦੇਖਣਾ ਕਰੋ। ਇਹ ਤਿੰਨੇ ਪੁਆਇੰਟ ਇਕੱਠੇ ਕਰੋ।
कबीर साहब जी कहते तृतीया तीने सम कर लियावै आनंद मूल परम पद पावै। थित्ती गौड़ी विच कहते आ। तो सतगुरु पातशाह कहते जीतो जी इस तरह सिमन करिया करो। आज सतगुरां ने माता जीतो जी नूं उपदेश दे दिता, सिमन दे दिता। नेत्रां नाल सवासां ते वेखना है, ਕੰਨਾਂ ਦੇ ਨਾਲ ਸੁਣਨਾ ਹੈ ਤੇ ਮੁਖ ਦੇ ਨਾਲ ਸ਼ਬਦ ਉਚਾਰਨ ਕਰਨਾ ਹੈ, ਗੁਰੂ ਦਾ ਬਖਸ਼ਿਆ ਹੋਇਆ ਮੰਤਰ। तो माता जीतो जी ने इस ढंग के नाल रोजाना बैठ के सिमरन शुरू कर दिता। और सिमरन करदियां करदियां 3 महीने बतीत होए तो इन्हां नूं दिव्य दृष्टि खुल गई इन्हां दी अपनी। और दिव्य दृष्टि ऐसी खुली उन्हां नूं आउण वाला समा दिखाई देण लग पिया। ते एक दिन तड़के उठ के पातशाह नूं कहंदे रात महाराज मैं ऐसा कौतुक वेखिया कि ये सच है कि झूठ है, सुपना है कि सच्चा है। पातशाह कहने की वेखिया? कहने ऐदा वेखिया जिवें बहुत जंग हो रहे न ते अपना सारा परिवार खिंड गया। 2 साहिबजादे किधरे चले गए, 2 किधरे चले गए, तुसी किधरे चले गए ते मैं विच है ही नहीं। जिवें मूवी बनाउंदे आ ना, मूवी बनाउण वाले मूवी च नहीं आउंदे गे, इसे तरह ही माता जीतो जी कहते मैं विच दिसदी नहीं, बाकी सारे दिखाई दिंदे है। ते आनंदपुर छड्डना पै गया। ते सतगुरु गोबिंद सिंह महाराज कहन लगे जीतो जी ये तो सच है, इदां ही होना, ये समा आउणा है अपने ते। माता जीतो जी कहन लगे पातशाह मैथों तो फिर ऐसा समा देखिया नहीं जाना, परिवार का खिंड जाना, परिवार का विछोड़ा मैथों वेखिया नहीं जाना। ते पातशाह कहन लगे जीतो जी फिर तुसी पहला चले जाओ, असी तो ये तमाशा देख के ही आवांगे। को सतनाम श्री धन गुरु गोबिंद सिंह मान के बचन सुन के माता जीतो जी कहते पहला किवें जाइए? पातशाह कहते सिमरन तेज कर दिओ। जिहड़ा सिमरन तुसीं हुण करदे हो ना, इहनूं होर तेज कर दिओ, हुण घटाउणा नहीं गा डर के। ते इस सिमरन करके ही तुसी जिहड़ा है परमेश्वर विच अभेद हो जाओगे। 10वें द्वार राही शरीर छुट जाएगा जदों चाहोगे। ते माता जीतो जी ने 1 साल सिमरन किया जदों कि आनंदपुर वसदा नसदा सी, कोई जंग नहीं सी, कोई घटना नहीं सी। और एक दिन माता जी ने समाधि लाई ते 10वें द्वार राही प्राण त्याग दिते, शरीर दे विचों निकल गए, भौर उड़ गया। इस करके जदों गुरु किरपा दृष्टि करदा फिर जीव दे अंदर नाम दी दात रखदा है। नदर करे जे अपनी, नदर करे तां पाई है सच नाम गुणतास। गुणतास का मतलब है गुणा का खजाना। ताश कहते हैं रोटियां वाले बोटे नूं, ताश कहते हैं किसी डब्बे नूं, पैकिंग नूं। आ ताश के पत्तियां की डब्बी नूं भी ताश ताइयां कहंदे आ कि उहदे विच इक्को जे कई पत्ते हुंदे आ। कोई सतनाम श्री डब्बे नूं असीं बोटा कहने आ, होर कई नाम लैने आ डब्बे दे, उहनूं ताश कहने आ। तो गुणतास गुणा का खजाना परमेश्वर उस नूं फिर की है गुरु दे दिंदा, कहंदे आ चक ऐदां परमेश्वर मिलेगा। यो माता जीतो जी ने नाम जपिया। 100 साखी दे विच लिखी हुई साखी है। गुरु नानक दे बख्शे हुए मंत्र नूं सारी दुनिया जप सकती है, जिहदे भी लोट आउंदा जपिया करो। नदर करे तां पाई है सच नाम गुणतास। गुर परमेश्वर एक है, सामने रहा समाए। वो परमेश्वर तां सारियां विच है। किसी नूं समझ आ गई ते कोई उस तरह बंद का बंद ही चलिया गया। कोई सतनाम, कोई मरण तो पहला पहला खोज करके उहदे नाल जुड़ गया ते कोई उदा ही मर गए। मनुखा जीवन का लाहा ही नहीं खटिया। मानस जन्म बड़ा ही कीमती है। सतगुरु पातशाह जी कहते इस करके सिखो आओ आपां परमेश्वर के नाम नाल जुड़िए। संत जड़ों सुन भाई हो, छूटन साचै नाए।
गुर के चरण सरेवने तीर्थ हर का नाओ, हरि दा नाम ही असली तीर्थ है। प्रीतम जी कहते नजर करे ता पाइए सच नाम गुण तास, गुर परमेश्वर एक है सामै रहा समाए, जिनको पूर्व लिखिया सही नाम ध्याए। चलो गुर तां सब नूं सांझी गल ही दसदा है, पर जपदे बिरले बिरले है, वड्डे भागां वाले। गुरु सब ते किरपा करदा है, पर जिन्हां दे भागां 'च लिखिया हुंदा वो जपदे है। जिनको पूर्व लिखिया सेई नाम ध्याए, नानक गुर शरनागति मरै न आवे जाए। ये नानक भी गुरु दी शरण विच है, हुण जमदा मरदा नहीं। नाम रहियो साधु रहियो, रहियो गुर गोबिंद, कहो नानक इह जगत में किन जपियो गुरमंत। इसी पवित्र शब्द दी विचार सतगुरु पातशाह जी कहते जिनको पूर्व लिखिया सेई नाम ध्याए, नानक गुर शरनागति मरै न आवे जाए। वो अमर हो जाते हैं जिहड़े गुरु नाल जुड़ जाते हैं, नाम नाल जुड़ जाते हैं, क्योंकि नाम सदा रहन वाला है। ते नाम जपण वाले भी दुनिया में सदा रहिंदे आ, भाव शरीर छड्ड जाते हैं भावें, पर उन्हां दा नाम भी रहिंदा है। दुनिया उन्हां नूं याद करदी है, ते दूसरा वो जमन मरण दे विच दोबारा नहीं आते। इसी अज के शब्द के विचार, अगले शब्द के विचार आप कल के दीवाना में सरवण करांगे। बोलदे अनेकां अखर बाद घाट हो जाते, सिख संगतां ते सतगुरु बख्शण योग है, बख्श लेना जी। समाप्ति करिए। मिलाओ फतेह पाओ फतेह। वाहिगुरू जी का खालसा, वाहिगुरू जी की फतेह। वाहिगुरू वाहिगुरू हे नमोरा।